ਹੈਲੋ ਸਟੂਡੈਂਟਸ, ਅੱਜ ਦਾ ਟੌਪਿਕ ਹੈ ਡਿਟਰਮੀਨੈਂਟਸ ਆਫ ਇਕਨੋਮਿਕ ਡਿਵੈਲਪਮੈਂਟ। ਇਕਨੋਮਿਕ ਡਿਵੈਲਪਮੈਂਟ ਨੂੰ ਕਿਹੜੇ ਫੈਕਟਰ ਪ੍ਰਭਾਵਿਤ ਕਰਦੇ ਆ, ਉਹਨਾਂ ਨੂੰ ਇਹਦੇ ਡਿਟਰਮੀਨੈਂਟਸ ਕਿਹਾ ਜਾਂਦਾ ਹੈ। ਇਕਨੋਮਿਸਟਸ ਦੇ ਅਕੋਰਡਿੰਗ ਇਕਨੋਮਿਕ ਡਿਵੈਲਪਮੈਂਟ ਨੂੰ ਇਕਨੋਮਿਕ ਤੇ ਨਾਨ ਇਕਨੋਮਿਕ ਫੈਕਟਰ ਡਿਟਰਮਿਨ ਕਰਦੇ ਆ। ਜੀ ਇਜ਼ ਅ ਫੰਕਸ਼ਨ ਆਫ ਐਕਸ ਪਲੱਸ ਵਾਈ। ਇਹਦੇ 'ਚ ਐਕਸ ਹੈਗਾ ਇਕਨੋਮਿਕ ਡਿਟਰਮੀਨੈਂਟ, ਵਾਈ ਹੈ ਨਾਨ ਇਕਨੋਮਿਕ ਡਿਟਰਮੀਨੈਂਟਸ। ਤਾਂ ਇਕਨੋਮਿਕ ਗਰੋਥ ਇਕਨੋਮਿਕ ਡਿਵੈਲਪਮੈਂਟ ਨੂੰ ਇਕਨੋਮਿਕ ਡਿਟਰਮੀਨੈਂਟਸ ਤੇ ਨਾਨ ਇਕਨੋਮਿਕ ਡਿਟਰਮੀਨੈਂਟਸ ਪ੍ਰਭਾਵਿਤ ਕਰਦੇ ਆ। ਅੱਜ ਆਪਾਂ ਕਰਾਂਗੇ ਇਕਨੋਮਿਕ ਡਿਟਰਮੀਨੈਂਟਸ। ਪਹਿਲਾ ਹੈ ਨੈਚੁਰਲ ਸੋਰਸਿਸ। ਨੈਚੁਰਲ ਸੋਰਸਿਸ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਆ। ਜਿਨ੍ਹਾਂ ਦੇਸ਼ਾਂ ਦੇ ਵਿੱਚ ਨੈਚੁਰਲ ਸੋਰਸਿਸ ਵੱਧ ਮਾਤਰਾ ਦੇ ਵਿੱਚ ਪਾਏ ਜਾਂਦੇ ਆ, ਉਹ ਆਪਣਾ ਵਿਕਾਸ ਆਸਾਨੀ ਨਾਲ ਕਰ ਸਕਦੇ ਆ, ਆਪਣਾ ਵੱਧ ਵਿਕਾਸ ਕਰ ਸਕਦੇ ਆ। ਜਿਵੇਂ ਰਸ਼ੀਆ, ਬ੍ਰਿਟੇਨ, ਅਮਰੀਕਾ, ਕੈਨੇਡਾ, ਇਹਨਾਂ ਦੇ ਵਿੱਚ ਵੱਧ ਨੈਚੁਰਲ ਸੋਰਸਿਸ ਪਾਏ ਜਾਂਦੇ ਆ। ਇਸ ਕਰਕੇ ਇਹ ਵਿਕਸਿਤ ਦੇਸ਼ ਹੈ। ਇਹਨਾਂ ਦੇ ਵਿੱਚ ਇਹਨਾਂ ਨੈਚੁਰਲ ਸੋਰਸਿਸ ਨੂੰ ਵਧੀਆ ਤਰੀਕੇ ਨਾਲ ਪ੍ਰਯੋਗ ਕੀਤਾ ਜਾਂਦਾ, ਇਹਨਾਂ ਦਾ ਪ੍ਰੋਪਰ ਯੂਜ਼ ਕੀਤਾ ਜਾਂਦਾ। ਇਸ ਕਰਕੇ ਵੀ ਇਹ ਦੇਸ਼ ਵਿਕਸਿਤ ਹੈਗੇ ਆ। ਇਹਨਾਂ ਦੇਸ਼ਾਂ ਨੇ ਨੈਚੁਰਲ ਸੋਰਸਿਸ ਨੂੰ ਹਿਊਮਨ ਕੈਪੀਟਲ ਦੇ ਨਾਲ ਵੀ ਪ੍ਰੋਪਰ ਯੂਜ਼ ਕੀਤਾ, ਹਿਊਮਨ ਰਿਸੋਰਸਿਸ ਦੇ ਨਾਲ ਵੀ ਪ੍ਰੋਪਰ ਯੂਜ਼ ਕੀਤਾ। ਇਸ ਕਰਕੇ ਇਹ ਵਿਕਸਿਤ ਦੇਸ਼ ਹੈ। ਦੂਜਾ ਪੁਆਇੰਟ ਹੈ, ਅਗਲਾ ਡਿਟਰਮੀਨੈਂਟ ਹੈ ਹਿਊਮਨ ਰਿਸੋਰਸਿਸ। ਹਿਊਮਨ ਰਿਸੋਰਸਿਸ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦੇ ਹੈ। ਹਿਊਮਨ ਰਿਸੋਰਸਿਸ ਦਾ ਜੇ ਪ੍ਰੋਪਰ ਯੂਜ਼ ਕੀਤਾ ਜਾਂਦਾ ਹੈ ਤਾਂ ਉਹ ਦੇਸ਼ ਆਪਣਾ ਵਿਕਾਸ ਕਰ ਸਕਦੇ ਆ। ਜੇ ਹਿਊਮਨ ਰਿਸੋਰਸਿਸ ਨੂੰ ਪ੍ਰੋਪਰ ਯੂਜ਼ ਕੀਤਾ ਜਾਂਦਾ ਤਾਂ ਉਹਨਾਂ ਦੇਸ਼ਾਂ ਦਾ ਵਿਕਾਸ ਵਧੀਆ ਹੁੰਦਾ। ਜਿਵੇਂ ਇਹਨਾਂ ਦੇਸ਼ਾਂ ਦੇ ਵਿੱਚ ਜੇ ਨੈਚੁਰਲ ਰਿਸੋਰਸਿਸ ਦੀ ਕਮੀ ਵੀ ਪਾਈ ਜਾਂਦੀ ਹੋਵੇ ਤਾਂ ਹਿਊਮਨ ਰਿਸੋਰਸਿਸ ਨੂੰ ਵਧੀਆ ਤਰੀਕੇ ਨਾਲ ਪ੍ਰਯੋਗ ਕੀਤਾ ਜਾਵੇ ਤਾਂ ਇਹ ਨੈਚੁਰਲ ਰਿਸੋਰਸਿਸ ਦੀ ਕਮੀ ਨੂੰ ਦੂਰ ਕਰ ਦਿੰਦੇ ਆ ਅਤੇ ਇਕਨੋਮਿਕ ਡਿਵੈਲਪਮੈਂਟ ਦੇ ਵਿੱਚ ਸਹਾਇਤਾ ਕਰਦੇ ਆ। ਜਿਵੇਂ ਲੇਬਰ, ਐਂਟਰਪ੍ਰੇਨਿਓਰ ਜੇ ਵਧੀਆ ਐਫੀਸ਼ੀਐਂਟ ਹੈ, ਇਹਨਾਂ ਦੀ ਮਾਰਜਨਲ ਪ੍ਰੋਡਕਟੀਵਿਟੀ ਜ਼ਿਆਦਾ ਹੈਗੀ ਹੈ, ਹਾਰਡ ਵਰਕਰ ਹੈਗੇ ਆ, ਐਂਟਰਪ੍ਰੇਨਿਓਰ ਹੈ ਜਿਹੜੇ ਪੜ੍ਹੇ ਲਿਖੇ ਆ, ਹੌਸਲੇ ਵਾਲੇ ਆ, ਤਾਂ ਉਹ ਦੇਸ਼ ਆਪਣਾ ਵਧੀਆ ਵਿਕਾਸ ਕਰ ਸਕਦੇ ਆ। ਇਹਨਾਂ ਹਿਊਮਨ ਰਿਸੋਰਸਿਸ ਨੂੰ ਹਿਊਮਨ ਕੈਪੀਟਲ ਵੀ ਕਿਹਾ ਜਾਂਦਾ। ਜਿਵੇਂ ਕੁਝ ਦੇਸ਼ ਵਿਕਸਿਤ ਦੇਸ਼ ਇਹੋ ਜਿਹੇ ਆ ਜਿਨ੍ਹਾਂ ਦੇ ਵਿੱਚ ਨੈਚੁਰਲ ਰਿਸੋਰਸਿਸ ਦੀ ਕਮੀ ਹੈ, ਪਰ ਫਿਰ ਵੀ ਉਹਨਾਂ ਨੇ ਹਿਊਮਨ ਰਿਸੋਰਸਿਸ ਨੂੰ ਪ੍ਰੋਪਰ ਯੂਜ਼ ਕਰਕੇ ਆਪਣੇ ਦੇਸ਼ਾਂ ਨੂੰ ਵਿਕਸਿਤ ਕੀਤਾ। ਜਿਵੇਂ ਜਾਪਾਨ ਦੇ ਵਿੱਚ ਆਇਰਨ ਨਹੀਂ ਪਾਇਆ ਜਾਂਦਾ, ਆਇਰਨ ਦੀਆਂ ਮਾਈਨਸ ਨਹੀਂ ਪਾਈਆਂ ਜਾਂਦੀਆਂ। ਸਵੀਡਨ 'ਚ ਮਿਨਰਲ ਨਹੀਂ ਪਾਏ ਜਾਂਦੇ। ਸਵਿਟਜ਼ਰਲੈਂਡ ਦੇ ਵਿੱਚ ਪਥਰੀਲੀ ਧਰਤੀ ਹੈ, ਪਰ ਫਿਰ ਵੀ ਇਹ ਦੇਸ਼ ਵਿਕਸਿਤ ਦੇਸ਼ ਹੈ ਕਿਉਂਕਿ ਇਹਨਾਂ ਨੇ ਆਪਣੇ ਹਿਊਮਨ ਰਿਸੋਰਸਿਸ ਨੂੰ ਪ੍ਰੋਪਰ ਯੂਜ਼ ਕੀਤਾ, ਹਿਊਮਨ ਰਿਸੋਰਸਿਸ ਦੇ ਨਾਲ ਆਪਣੇ ਦੇਸ਼ਾਂ ਦਾ ਵਿਕਾਸ ਕੀਤਾ। ਅਗਲਾ ਹੈ ਸਾਈਜ਼ ਆਫ ਮਾਰਕੀਟ। ਮਾਰਕੀਟ ਸਾਈਜ਼ ਜਿੰਨਾ ਜ਼ਿਆਦਾ ਵੱਡਾ ਹੁੰਦਾ ਹੈ ਉਹੀ ਦੇਸ਼ ਵਿਕਸਿਤ ਹੁੰਦਾ ਹੈ। ਮਾਰਕੀਟ ਸਾਈਜ਼ ਵੀ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦਾ ਹੈ। ਜਿੰਨਾ ਜ਼ਿਆਦਾ ਮਾਰਕੀਟ ਦਾ ਸਾਈਜ਼ ਵੱਡਾ ਹੋਊਗਾ ਓਨਾ ਹੀ ਉੱਥੇ ਪ੍ਰੋਡਕਸ਼ਨ ਜ਼ਿਆਦਾ ਹੋਊਗਾ। ਪ੍ਰੋਡਕਸ਼ਨ ਜ਼ਿਆਦਾ ਹੋਊਗਾ ਤਾਂ ਇੰਪਲਾਇਮੈਂਟ ਜ਼ਿਆਦਾ ਹੋਊਗਾ। ਜੇ ਇੰਪਲਾਇਮੈਂਟ ਜ਼ਿਆਦਾ ਹੋਊਗਾ ਜਾਂ ਇੰਪਲਾਇਮੈਂਟ ਵਧੂਗਾ ਤਾਂ ਪਰ ਕੈਪੀਟਾ ਇਨਕਮ ਵਧੂਗੀ। ਪਰ ਕੈਪੀਟਾ ਇਨਕਮ ਜੇ ਲਗਾਤਾਰ ਵੱਧ ਰਹੀ ਹੈ ਤਾਂ ਉਸ ਦੇਸ਼ ਦਾ ਇਕਨੋਮਿਕ ਡਿਵੈਲਪਮੈਂਟ ਵੀ ਹੋ ਜਾਂਦਾ। ਮਾਰਕੀਟ ਸਾਈਜ਼ ਨੂੰ ਵਧਾਉਣ ਵਾਸਤੇ ਜ਼ਰੂਰੀ ਹੁੰਦਾ ਕਿ ਮਾਰਕੀਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇੰਪਰਫੈਕਸ਼ਨ ਨਾ ਹੋਵੇ, ਮੋਨੋਪਲੀ ਦੇ ਉੱਤੇ ਰਿਸਟ੍ਰਿਕਸ਼ਨਸ ਲੱਗੀਆਂ ਹੋਣ ਅਤੇ ਮਨੀ ਮਾਰਕੀਟ ਹੈ ਜਿਹੜੀ ਵਿਕਸਿਤ ਹੋਵੇ। ਇਹਨਾਂ ਸਾਰੇ ਤਰੀਕਿਆਂ ਦੇ ਨਾਲ ਮਾਰਕੀਟ ਸਾਈਜ਼ ਨੂੰ ਵਧਾਇਆ ਜਾ ਸਕਦਾ ਅਤੇ ਮਾਰਕੀਟ ਸਾਈਜ਼ ਦੇ ਵਧਣ ਨਾਲ ਇਕਨੋਮਿਕ ਡਿਵੈਲਪਮੈਂਟ ਵੱਧਦਾ। ਫਿਰ ਹੈ ਕੈਪੀਟਲ ਫੋਰਮੇਸ਼ਨ। ਕੈਪੀਟਲ ਫੋਰਮੇਸ਼ਨ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦਾ। ਜਿੱਥੇ ਕੈਪੀਟਲ ਫੋਰਮੇਸ਼ਨ ਵੱਧ ਮਾਤਰਾ 'ਚ ਕੀਤਾ ਜਾਂਦਾ ਹੈ ਉਹ ਦੇਸ਼ ਇਕਨੋਮਿਕਲੀ ਡਿਵੈਲਪ ਹੁੰਦੇ ਆ। ਜਿਵੇਂ ਜੇ ਫੈਕਟਰੀਆਂ 'ਚ, ਮਸ਼ੀਨਾਂ 'ਚ ਜਾਂ ਟਰਾਂਸਪੋਰਟ ਦੇ ਵਿੱਚ ਪੈਸਾ ਲਾਇਆ ਜਾਵੇ ਤਾਂ ਇਸ ਨੂੰ ਕੈਪੀਟਲ ਫੋਰਮੇਸ਼ਨ ਕਿਹਾ ਜਾਂਦਾ। ਕੈਪੀਟਲ ਫੋਰਮੇਸ਼ਨ ਤਿੰਨ ਗੱਲਾਂ 'ਤੇ ਡਿਪੈਂਡ ਕਰਦੀ ਹੈ। ਇੱਕ ਹੈਗੀ ਹੈ ਗਰੋਥ ਰੇਟ ਆਫ ਰੀਅਲ ਸੇਵਿੰਗ। ਰੀਅਲ ਸੇਵਿੰਗ ਹੈ ਜਿਹੜੀ ਉਹ ਡਿਪੈਂਡ ਕਰਦੀ ਹੈ ਡਿਜ਼ਾਇਰ ਟੂ ਸੇਵ, ਕੈਪੈਸਿਟੀ ਟੂ ਸੇਵ ਦੇ ਉੱਤੇ। ਸੇਵਿੰਗ ਕੈਪੈਸਿਟੀ ਹੈਗੀ ਹੈ ਜਾਂ ਸੇਵ ਕਰਨ ਦੀ ਇੱਛਾ ਹੈਗੀ ਹੈ ਤਾਂ ਰੀਅਲ ਸੇਵਿੰਗ ਜ਼ਿਆਦਾ ਹੋਊਗੀ। ਫਿਰ ਹੈਗੀ ਹੈ ਦੂਜੀ ਗੱਲ ਹੈ ਬੈਂਕਸ। ਬੈਂਕ ਜਿੰਨੇ ਜ਼ਿਆਦਾ ਹੋਣਗੇ ਓਨੀ ਕੈਪੀਟਲ ਫੋਰਮੇਸ਼ਨ ਵੀ ਜ਼ਿਆਦਾ ਹੋਊਗੀ। ਸੇਵਿੰਗਸ ਨੂੰ ਜੇ ਇਨਵੈਸਟ ਕੀਤਾ ਜਾਊਗਾ, ਜੇ ਸੇਵਿੰਗ ਨੂੰ ਇਨਵੈਸਟ ਕੀਤਾ ਜਾਊਗਾ ਤਾਂ ਵੀ ਉਹ ਦੇਸ਼ ਹੈ ਜਿਹੜੇ ਆਪਣੀ ਡਿਵੈਲਪਮੈਂਟ ਕਰ ਸਕਦੇ ਹੈਗੇ ਆ। ਅਗਲਾ ਡਿਟਰਮੀਨੈਂਟ ਹੈ ਕੈਪੀਟਲ ਆਊਟਪੁੱਟ ਰੇਸ਼ੀਓ।
ਕੈਪੀਟਲ ਆਊਟਪੁੱਟ ਰੇਸ਼ੋ ਜਿੰਨਾ ਲੋ ਕੈਪੀਟਲ ਆਊਟਪੁੱਟ ਰੇਸ਼ੋ ਵੀ ਇਕਨੋਮਿਕ ਡਿਵੈਲਪਮੈਂਟ ਨੂੰ ਪ੍ਰਭਾਵਿਤ ਕਰਦਾ ਹੈ। ਕੈਪੀਟਲ ਆਊਟਪੁੱਟ ਰੇਸ਼ੋ ਜਿੰਨਾ ਲੋ ਹੁੰਦਾ ਹੈ ਇਕਨੋਮਿਕ ਡਿਵੈਲਪਮੈਂਟ ਓਨਾ ਹੀ ਹੁੰਦਾ ਹੈ। ਕੈਪੀਟਲ ਰੇਸ਼ੋ ਹੁੰਦਾ K/Y ਜਾਂ ਆਊਟਪੁੱਟ ਦਾ ਇੱਕ ਯੂਨਿਟ ਪ੍ਰਾਪਤ ਕਰਨ ਵਾਸਤੇ ਕਿੰਨੀ ਕੈਪੀਟਲ ਦੀ ਲੋੜ ਹੁੰਦੀ ਹੈ। ਮੰਨ ਲਓ ਆਊਟਪੁੱਟ ਦਾ ਇੱਕ ਯੂਨਿਟ ਪ੍ਰਾਪਤ ਕਰਨ ਵਾਸਤੇ 5 ਕੈਪੀਟਲ ਦੀ ਲੋੜ ਹੈ ਤਾਂ ਕੈਪੀਟਲ ਆਊਟਪੁੱਟ ਰੇਸ਼ੋ ਹੈਗਾ 5:1। ਜੇ ਇੱਕ ਆਊਟਪੁੱਟ ਪ੍ਰਾਪਤ ਕਰਨ ਵਾਸਤੇ 3 ਕੈਪੀਟਲ ਦੀ ਲੋੜ ਹੈ ਤਾਂ ਕੈਪੀਟਲ ਆਊਟਪੁੱਟ ਰੇਸ਼ੋ ਹੈ 3:1। 3:1 ਜਿਹੜਾ ਕੈਪੀਟਲ ਆਊਟਪੁੱਟ ਰੇਸ਼ੋ ਹੈ ਇਹ ਲੋ ਹੈ। ਜਿੰਨਾ ਲੋ ਹੋਊਗਾ ਕੈਪੀਟਲ ਆਊਟਪੁੱਟ ਰੇਸ਼ੋ ਓਨਾ ਹੀ ਦੇਸ਼ ਦੀ ਡਿਵੈਲਪਮੈਂਟ ਜ਼ਿਆਦਾ ਹੋਊਗੀ। ਤਾਂ ਦੇਸ਼ ਨੂੰ ਵਿਕਸਿਤ ਕਰਨ ਵਾਸਤੇ ਜ਼ਰੂਰੀ ਹੁੰਦਾ ਕਿ ਕੈਪੀਟਲ ਆਊਟਪੁੱਟ ਰੇਸ਼ੋ ਘੱਟ ਹੋਵੇ। ਇਸ ਨੂੰ ਆਪਾਂ ਹੁਣ ਡਾਇਗਰਾਮ ਨਾਲ ਕਰਦੇ ਹਾਂ, ਸਮਝਦੇ ਹਾਂ। OX ਐਕਸਿਸ ਤੇ ਰੇਟ ਆਫ ਕੈਪੀਟਲ ਗਰੋਥ ਤੇ OY ਐਕਸਿਸ ਤੇ ਰੇਟ ਆਫ ਆਊਟਪੁੱਟ ਗਰੋਥ ਲਿਆ ਗਿਆ। ਉਹ ਇਹ ਕਰਵ ਹੈ ਜਿਹੜਾ ਕੈਪੀਟਲ ਆਊਟਪੁੱਟ ਰੇਸ਼ੋ ਨੂੰ ਸ਼ੋ ਕਰਦਾ ਹੋਇਆ ਕਰਵ ਹੈ। ਰੇਟ ਆਫ ਕੈਪੀਟਲ ਗਰੋਥ 5% ਹੈ ਤਾਂ ਆਊਟਪੁੱਟ ਦੇ ਵਿੱਚ ਵਾਧਾ ਹੋ ਰਿਹਾ 1%। 1% ਵਾਧਾ ਹੋ ਰਿਹਾ। ਇਹਦਾ ਮਤਲਬ ਹੈ ਕਿ ਜੇ 1% ਆਊਟਪੁੱਟ ਦੇ ਵਿੱਚ 1% ਵਾਧਾ ਕਰਨਾ ਤਾਂ ਕੈਪੀਟਲ ਦੇ ਵਿੱਚ 5% ਵਾਧਾ ਕਰਨਾ ਪਊਗਾ। ਇਹ ਕਰਵ ਤੋਂ ਸ਼ੋ ਹੋ ਰਿਹਾ। ਦੂਜਾ ਜਿਹੜਾ ਕਰਵ ਹੈ ਉਹ ਹੈ OB ਕਰਵ। OB ਕਰਵ ਇਸ ਤੋਂ ਪਤਾ ਲੱਗ ਰਿਹਾ ਕਿ ਰੇਟ ਆਫ ਕੈਪੀਟਲ ਗਰੋਥ ਜੇ 5% ਹੈ ਤਾਂ ਉਦੋਂ ਆਊਟਪੁੱਟ ਦਾ ਵਾਧਾ ਹੈ ਜਿਹੜਾ ਉਹ ਹੈਗਾ 2%। ਆਊਟਪੁੱਟ ਦਾ ਵਾਧਾ 2% ਹੈ। ਹੁਣ ਉਸੇ 5% ਕੈਪੀਟਲ ਦੇ ਨਾਲ ਆਊਟਪੁੱਟ ਦੇ ਵਿੱਚ 2% ਵਾਧਾ ਕੀਤਾ ਜਾ ਸਕਦਾ ਤਾਂ ਇਹ ਕੈਪੀਟਲ ਆਊਟਪੁੱਟ ਰੇਸ਼ੋ ਹੈ ਜਿਹੜਾ ਇਹ ਜ਼ਿਆਦਾ ਹੈਗਾ। ਇਹ ਹਾਈ ਕੈਪੀਟਲ ਆਊਟਪੁੱਟ ਰੇਸ਼ੋ ਹੈ। ਹਾਈ ਕੈਪੀਟਲ ਆਊਟਪੁੱਟ ਰੇਸ਼ੋ ਨੂੰ ਸ਼ੋ ਕਰ ਰਿਹਾ ਤੇ OB ਕਰਵ ਹੈ ਜਿਹੜਾ ਇਹ ਲੋ ਕੈਪੀਟਲ ਆਊਟਪੁੱਟ ਰੇਸ਼ੋ ਨੂੰ ਸ਼ੋ ਕਰ ਰਿਹਾ। ਲੋ ਕੈਪੀਟਲ ਆਊਟਪੁੱਟ ਰੇਸ਼ੋ। ਇਕਨੋਮਿਕ ਡਿਵੈਲਪਮੈਂਟ ਵਾਸਤੇ ਜ਼ਰੂਰੀ ਹੈ ਕਿ ਕੈਪੀਟਲ ਆਊਟਪੁੱਟ ਰੇਸ਼ੋ ਲੋ ਹੋਵੇ, ਕੈਪੀਟਲ ਆਊਟਪੁੱਟ ਰੇਸ਼ੋ ਘੱਟ ਹੋਵੇ। ਕੈਪੀਟਲ ਆਊਟਪੁੱਟ ਰੇਸ਼ੋ ਜਿੰਨਾ ਘੱਟ ਹੋਊਗਾ ਦੇਸ਼ ਦੀ ਡਿਵੈਲਪਮੈਂਟ ਓਨੀ ਜ਼ਿਆਦਾ ਹੋਊਗੀ। ਤਾਂ ਇਸ ਕਰਕੇ ਜੇ ਇੱਕ ਦੇਸ਼ OB ਕੈਪੀਟਲ ਆਊਟਪੁੱਟ ਰੇਸ਼ੋ ਕਰਵ ਦੇ ਹਿਸਾਬ ਨਾਲ ਚੱਲਦਾ ਹੈ ਤਾਂ ਉਸ ਦੀ ਡਿਵੈਲਪਮੈਂਟ ਜ਼ਿਆਦਾ ਹੋਊਗੀ। ਜੇ ਉਹਦਾ ਕੈਪੀਟਲ ਆਊਟਪੁੱਟ ਰੇਸ਼ੋ OA ਕਰਵ ਦੇ ਹਿਸਾਬ ਨਾਲ ਹੈ ਤਾਂ ਫਿਰ ਉਸ ਦੀ ਡਿਵੈਲਪਮੈਂਟ ਘੱਟ ਹੋਊਗੀ। ਤਾਂ ਇਹ ਸੀਗੇ ਇਕਨੋਮਿਕ ਡਿਟਰਮੀਨੈਂਟਸ। ਅਗਲੀ ਵੀਡੀਓ ਦੇ ਵਿੱਚ ਜਿਹੜੇ ਡਿਟਰਮੀਨੈਂਟਸ ਰਹਿ ਗਏ ਆਪਾਂ ਉਹ ਕਰਾਂਗੇ।